ਅਗਲਾ ਪ੍ਰਸੰਗ ਸਾਧ ਸੰਗਤ ਗੁਰੂ ਸਾਹਿਬ ਪੌਂਟਾ ਸਾਹਿਬ ਤੋਂ ਆਨੰਦਪੁਰ ਨੂੰ ਚੱਲ ਪਏ ਹਨ। ਸਟੈਪ ਬਾਈ ਸਟੈਪ ਪਿੰਡਾਂ ਦੇ ਵਿੱਚ ਦੀ ਹੁੰਦੇ ਹੋਏ ਸੰਗਤਾਂ ਨੂੰ ਉਪਦੇਸ਼ ਕਰਦੇ ਹੋਏ ਆਨੰਦਪੁਰ ਸਾਹਿਬ ਨੂੰ ਆ ਰਹੇ ਹਨ। ਰਾਜਾ ਮੇਦਨੀ ਪ੍ਰਕਾਸ਼ ਨੇ ਬਹੁਤ ਚਿਰ ਜੀ ਨਹੀਂ ਲਾਇਆ, ਕਿਉਂਕਿ ਸਤਿਗੁਰੂ ਦੀ ਸਰਹੱਦ ਦੇ ਉੱਪਰ ਬੈਠੇ ਸਨ। ਨਾਲੇ ਫਤਿਹ ਸਾਹਿਬ ਦੇ ਨਾਲ ਪੂਰੀ ਸੁਲ੍ਹਾ ਸਫਾਈ ਹੋ ਗਈ ਸੀ। ਸਤਿਗੁਰੂ ਨੇ ਉੱਥੋਂ ਜੰਗਲ ਦੇ ਵਿੱਚੋਂ ਚੰਗੇ ਚੰਗੇ ਰੋਜ਼ ਤਕੜੇ ਰਿਛ ਸ਼ੇਰ ਖਾਤਮ ਕਰੇ। ਪੌਂਟਾ ਸਾਹਿਬ ਦੇ ਨੇੜੇ ਨੇੜਿਓਂ ਅਤੇ ਰਾਜੇ ਦੇ ਰਾਜ ਦੇ ਵਿੱਚੋਂ ਪਿੰਡਾਂ ਨੂੰ ਬੜੇ ਸੁਖੀ ਕਰਿਆ। ਹੁਣ ਉਹ ਪਿੰਡਾਂ ਦੇ ਲੋਕ ਸਤਿਗੁਰੂ ਜੀ ਨਹੀਂ ਆਉਣ ਨਹੀਂ ਸੀ ਦਿੰਦੇ, ਪਰ ਸਤਿਗੁਰੂ ਜੀ ਕਹਿੰਦੇ ਵੀ ਸਾਡਾ ਸਰਨਾ ਨਹੀਂ, ਸਾਡੇ ਕੋਲ ਸਮਾਂ ਬਹੁਤ ਥੋੜ੍ਹਾ, ਅਸੀਂ ਅੱਗੇ ਹੋਰ ਕੰਮ ਬਹੁਤ ਕਰਨੇ ਆ। ਇਸ ਕਰਕੇ ਰਾਜਾ ਸਾਨੂੰ ਬੇਨਤੀ ਕੀਤੀ ਜਾਵੇ, ਅਸੀਂ ਤੁਹਾਡੇ ਨਜ਼ਦੀਕ ਹੀ ਬੈਠੇ ਹਾਂ, ਕੋਈ ਗੱਲ ਨਹੀਂ, ਜੋ ਤੁਹਾਨੂੰ ਕੰਮ ਹੋਵੇ ਸਾਨੂੰ ਆ ਕੇ ਦੱਸ ਦੇਣਾ। ਆਗਿਆ ਲੈ ਕੇ ਮਹਾਰਾਜ ਤੁਰ ਪਏ ਅਤੇ ਰਾਹੋ ਰਾਹੀ ਹੁੰਦੇ ਹੋਏ ਰਾਏਪੁਰ ਦੀ ਰਾਣੀ ਦਾ ਪ੍ਰਸੰਗ ਇੱਥੇ ਆ ਜਾਣਾ। ਹੁਣ ਨਾਲ ਦੇ ਦੱਖਣ ਪੱਛਮ ਵੱਲ ਇੱਕ ਛੋਟੀ ਜਿਹੀ ਸੁਤੰਤਰ ਰਿਆਸਤ ਰਾਏਪੁਰ ਸੀ। ਰਾਏਪੁਰ ਸੀਗੀ। ਰਿਆਸਤ ਦਾ ਰਾਜਾ ਮਰ ਚੁੱਕਾ ਸੀ ਅਤੇ ਵਿਧਵਾ ਰਾਣੀ ਸੀ। ਉਹ ਦਲੇਰ ਅਤੇ ਬਹਾਦਰ ਸਿਆਣੀ ਰਾਣੀ ਸੀ, ਬਹੁਤ ਸਿਆਣੀ ਸੀ। ਆਪ ਮਰਦਾਂ ਵਾਂਗ ਸੁਤੰਤਰ ਰਾਜ ਕਰਦੀ ਸੀ। ਉਸ ਦੇ ਸਲਾਹਕਾਰ ਵਜ਼ੀਰ ਸਨ। ਉਹ ਵਜ਼ੀਰ ਹਿੰਦੂ ਧਰਮੀ ਅਤੇ ਬੁੱਤ ਪੂਜਾ ਕਰਨ ਵਾਲੇ ਸਨ। ਰਾਣੀ ਦੇ ਰਾਜ ਵਿੱਚ ਇੱਕ ਉਹਦੀ ਦਾਸੀ ਸੀ, ਉਹ ਗੁਰੂ ਘਰ ਦੀ ਪ੍ਰੇਮਣ ਸੀ। ਉਸਨੇ ਰਾਣੀ ਜੀ ਪਾਸ ਗੁਰੂ ਜੀ ਦੀ ਬਹੁਤ ਉਪਮਾ ਕੀਤੀ। ਨਾਲ ਹੀ ਗੁਰਬਾਣੀ ਦੇ ਕਈ ਸ਼ਬਦ ਸੁਣਾਏ। ਬਾਣੀ ਨੂੰ ਸਰਵਣ ਕਰਕੇ ਅਤੇ ਸਤਿਗੁਰੂ ਜੀ ਦਾ ਜਸ ਸੁਣ ਕੇ ਰਾਣੀ ਦੇ ਮਨ ਵਿੱਚ ਗੁਰੂ ਘਰ ਵਾਸਤੇ ਸਰਧਾ ਅਤੇ ਪ੍ਰਤੀਤ ਉਤਪਤ ਹੋ ਗਈ, ਪ੍ਰੀਤ। ਉਹਦੀ ਇੱਛਾ ਹੋਈ ਕਿ ਸਤਿਗੁਰੂ ਦੇ ਦਰਸ਼ਨ ਜ਼ਰੂਰ ਕੀਤੇ ਜਾਣ। ਮਾਈ ਨੇ ਰਾਣੀ ਨੂੰ ਇਹ ਵੀ ਜਾਚ ਦੱਸੀ ਕਿ ਜੇਕਰ ਇੱਕ ਚਿੱਤ ਹੋ ਕੇ ਅਰਦਾਸ ਬੇਨਤੀ ਕੀਤੀ ਜਾਵੇ ਤਾਂ ਸਤਿਗੁਰੂ ਜੀ ਜ਼ਰੂਰ ਦਰਸ਼ਨ ਦਿੰਦੇ ਹਨ। ਰਾਣੀ ਸਵੇਰੇ ਅਤੇ ਸ਼ਾਮ ਨੂੰ ਸਤਿਗੁਰੂ ਦੇ ਚਰਨਾਂ ਉੱਪਰ ਲਿਵ ਜੋੜ ਕੇ ਸਤਿਗੁਰੂ ਨੂੰ ਯਾਦ ਕਰਨ ਲੱਗੀ। ਭਗਾਣੀ ਦੇ ਯੁੱਧ ਵੇਲੇ ਰਾਜਿਆਂ ਦੇ ਕਹਿਣ 'ਤੇ ਵੀ ਰਾਣੀ ਨੇ ਆਪਣੀ ਫੌਜ ਸਤਿਗੁਰੂ ਦੇ ਵਿਰੁੱਧ ਲੜਨ ਵਾਸਤੇ ਨਹੀਂ ਸੀ ਭੇਜੀ। ਰਾਜੇ ਗੁੱਸੇ ਹੋ ਗਏ ਸਨ। ਇਸ ਨੇ ਰਾਜਿਆਂ ਦੇ ਗੁੱਸੇ ਦੀ ਕੋਈ ਪਰਵਾਹ ਨਹੀਂ ਸੀ ਕੀਤੀ। ਉਹ ਇਹੋ ਹੀ ਕਹਿੰਦੀ ਰਹੀ, ਸਤਿਗੁਰੂ ਜੀ ਦੀ ਮਿਹਰ ਨਾਲ ਸਾਰੇ ਦੁਸ਼ਮਣ ਨਸ਼ਟ ਹੋ ਜਾਣਗੇ, ਮੇਰਾ ਰਾਖਾ ਅਕਾਲ ਪੁਰਖ ਹੈ। ਰਾਣੀ ਇਹ ਗੱਲ ਕਹਿੰਦੀ ਸੀ। ਜੇ ਅਕਾਲ ਪੁਰਖ ਦੀ ਅੱਖ ਸਵੱਲੀ ਰਹੇ ਤਾਂ ਕੋਈ ਚਿੰਤਾ ਨਹੀਂ। ਭਗਾਣੀ ਦੇ ਯੁੱਧ ਪਿੱਛੋਂ ਉਸ ਨੂੰ ਖਬਰਾਂ ਆਈਆਂ ਕਿ ਉਹਦੇ ਰਾਜ ਵਿੱਚੋਂ ਦੀ ਲੰਘ ਕੇ ਸਤਿਗੁਰੂ ਜੀ ਆਨੰਦਪੁਰ ਨੂੰ ਜਾਣਗੇ। ਇਸ ਖਬਰ ਨੇ ਰਾਣੀ ਨੂੰ ਬਹੁਤ ਖੁਸ਼ ਕਰ ਦਿੱਤਾ। ਉਸ ਨੂੰ ਚਾਅ ਚੜ੍ਹ ਗਿਆ ਕਿ ਉਸਨੇ ਅਕਾਲ ਪੁਰਖ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਸਤਿਗੁਰੂ ਦੇ ਦਰਸ਼ਨ ਦਾ ਸਮਾਂ ਬਖਸ਼ਿਆ। ਉਸਨੇ ਸਤਿਗੁਰੂ ਜੀ ਦੇ ਦਰਸ਼ਨ ਅਤੇ ਸੇਵਾ ਕਰਨ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। ਰਾਣੀ ਨੇ ਪਰਮਾਤਮਾ ਨੇ, ਪ੍ਰਭੂ ਮਾਲਕ ਨੇ ਉਸ ਦੇ ਘਰ ਆਉਣਾ ਸੀ। ਉਸਨੇ ਸਾਰੇ ਰਾਜ ਭਵਨ ਦੀ ਸਫਾਈ ਕਰਾ ਦਿੱਤੀ। ਅੰਨ, ਘਿਓ, ਮਿੱਠੇ ਅਤੇ ਹੋਰ ਸਮੱਗਰੀਆਂ ਨੂੰ ਇਕੱਠਾ ਕੀਤਾ ਗਿਆ। ਸਤਿਗੁਰੂ ਦੀਆਂ ਢੀਕਾਂ ਹੋਣ ਲੱਗੀਆਂ। ਵਜ਼ੀਰ ਨੂੰ ਪਤਾ ਲੱਗਾ ਰਾਣੀ ਉਸ ਗੁਰੂ ਨੂੰ ਸੱਦ ਰਹੀ ਹੈ
ਜਿਸ ਦੇ ਵਿਰੁੱਧ ਬਾਰੇ 22 ਧਾਰ ਦੇ ਰਾਜੇ ਹਨ, ਉਹਨਾਂ ਨੇ ਸਮਝਿਆ ਕਿ ਰਾਣੀ ਭੁੱਲ ਕਰ ਰਹੀ ਹੈ। ਰਾਣੀ ਨੂੰ ਨਹੀਂ ਸੀ ਚਾਹੀਦਾ ਕਿ ਉਹ ਐਸੇ ਪੁਰਖ ਨੂੰ ਰਿਆਸਤ ਵਿੱਚ ਵੜਨ ਦੇਵੇ। ਜੇ ਰਿਆਸਤ ਵਿੱਚ ਆ ਵੀ ਜਾਣ ਤਾਂ ਸਤਿਕਾਰ ਨਾ ਕਰੋ, ਨਹੀਂ ਤੇ ਰਾਜੇ ਸਾਰੇ ਬੈਰੀ ਬਣ ਜਾਣਗੇ। ਉਹ ਬੈਰੀ ਬੈਰ ਕਮਾਉਣਗੇ। ਬਾਹਰ ਜਾੜੋ। ਛੁੱਟੀ ਰਿਆਸਤ ਹੈ ਤੇ ਬੈਰੀ ਦਾ ਮੁਕਾਬਲਾ ਨਹੀਂ ਕਰ ਸਕੇਗੀ, ਉਸ ਦਾ ਅੰਤ ਹੋ ਜਾਵੇਗਾ। ਉਹਨਾਂ ਨੇ ਜਾ ਕੇ ਰਾਣੀ ਨੂੰ ਵੀ ਆਖ ਦਿੱਤਾ, ਪਰ ਰਾਣੀ ਕਿੱਥੋਂ ਮੰਨੇ। ਉਹ ਸਤਿਗੁਰੂ ਦੇ ਚਰਨ ਪਰਸਣ ਨੂੰ ਤੜਫ ਰਹੀ ਸੀ। ਜਿਵੇਂ ਪਾਣੀ ਬਿਨਾਂ ਮੱਛੀ ਨਹੀਂ ਜਿਉਂਦੀ, ਤਿਵੇਂ ਰਾਣੀ ਸਤਿਗੁਰੂ ਦੇ ਦਰਸ਼ਨ ਕੀਤੇ ਬਿਨਾਂ ਨਹੀਂ ਸੀ ਜਿਉਂਦੀ ਰਹਿ ਸਕਦੀ। ਘਰ ਆਏ ਭਗਵਾਨ ਦੇ ਦਰਸ਼ਨ ਨਾ ਕੀਤੇ ਜਾਣ, ਉਹਨਾਂ ਦਾ ਸਵਾਗਤ ਨਾ ਕੀਤਾ ਜਾਵੇ, ਐਸਾ ਹਨੇਰ ਮੈਥੋਂ ਇਹ ਪਾਪ ਨਹੀਂ ਹੋ ਸਕਦਾ। ਮੈਂ ਤਾਂ ਸਤਿਗੁਰੂ ਜੀ ਨੂੰ ਜ਼ਰੂਰ ਘਰ ਸੱਦਾਂਗੀ। ਰਾਣੀ ਦਾ ਵਜ਼ੀਰ ਨੂੰ ਉੱਤਰ ਸੀ, ਪਰ ਉਹਨਾਂ ਨਾਲ ਤਾਂ ਸੈਨਾ ਹੈ, ਹਜ਼ਾਰਾਂ ਸ਼ਰਧਾਲੂ ਹਨ, ਇੰਨਿਆਂ ਨੂੰ ਕਿਵੇਂ ਭੋਜਨ ਦਿੱਤਾ ਜਾਵੇਗਾ। ਰਿਆਸਤ ਦੇ ਭੰਡਾਰੇ ਦਾ ਵਿਚਾਰ ਕਰਨਾ ਚਾਹੀਏ। ਵਜ਼ੀਰਾਂ ਦਾ ਬਹਾਨਾ ਸੀ, ਪ੍ਰਭੂ ਦੀ ਦਇਆ ਹੋਣੀ ਚਾਹੀਦੀ ਹੈ। ਕਿਸੇ ਗੱਲ ਦਾ ਘਾਟਾ ਨਹੀਂ, ਭੰਡਾਰੇ ਭਰੇ ਰਹਿਣਗੇ। ਤੋਸੇ ਖਾਨੇ ਵਿੱਚ ਕਿਸੇ ਦੀ ਕੋਈ ਚੀਜ਼ ਨਹੀਂ ਘਟੇਗੀ, ਘਾਬਰੋ ਨਾ। ਸਤਿਗੁਰੂ ਜੀ ਵਿਸ਼ਨ ਰੂਪ ਹਨ, ਆਪ ਪਾਰ ਬ੍ਰਹਮ ਅਵਤਾਰ ਧਾਰ ਕੇ ਆਏ ਹਨ। ਜਾਓ ਸਾਰੇ ਪ੍ਰਬੰਧ ਕਰੋ, ਉਹ ਆਉਣਗੇ, ਜ਼ਰੂਰ ਆਉਣਗੇ। ਦੂਸਰੇ ਪਾਸੇ ਜਦੋਂ ਨਾਹਣ ਤੋਂ ਸਤਿਗੁਰੂ ਜੀ ਚੱਲੇ ਤਾਂ ਉਹਨਾਂ ਨੂੰ ਅਨੁਭਵ ਹੋਇਆ ਕਿ ਕੋਈ ਆਤਮਾ ਉਹਨਾਂ ਨੂੰ ਯਾਦ ਕਰ ਰਹੀ ਹੈ। ਉਹਨਾਂ ਨੇ ਆਪ ਬਚਨ ਕੀਤਾ, ਰਾਏਪੁਰ ਪੁੱਜਣਾ ਹੋਵੇਗਾ। ਰਸਤੇ ਦਾ ਥੋੜ੍ਹਾ ਜਿਹਾ ਬਾਲ ਪਾ ਕੇ ਸਤਿਗੁਰੂ ਜੀ ਰਾਏਪੁਰ ਪੁੱਜੇ। ਸ਼ਹਿਰ ਦੇ ਬਾਹਰ ਡੇਰਾ ਕੀਤਾ ਗਿਆ, ਤੰਬੂ ਗੱਡੇ ਗਏ ਅਤੇ ਸਫਾਈਆਂ ਹੋ ਗਈਆਂ। ਹੁਣ ਰਾਏਪੁਰ ਦੇ ਲੋਕ ਦਰਸ਼ਨਾਂ ਨੂੰ ਧਾ ਕੇ ਪੈ ਗਏ। ਉਹਨਾਂ ਵਿੱਚੋਂ ਕਿਸੇ ਸਮਝਿਆ ਕੋਈ ਰਾਜਾ ਆਇਆ ਹੈ, ਕਿਸੇ ਨੇ ਸਮਝਿਆ ਕੋਈ ਨਵਾਬ ਆਇਆ ਹੈ, ਕਿਸੇ ਨੇ ਸਮਝਿਆ ਕੋਈ ਮਹਾਂਪੁਰਖ ਮਹਾਤਮਾ ਸਨ ਆਏ ਹਨ। ਜਿਹੜੇ ਜਾਣੂ ਸਨ ਉਹਨਾਂ ਨੇ ਕਿਹਾ ਆਨੰਦਪੁਰ ਵਾਲਾ ਗੁਰੂ ਹੈ। ਉਹ ਗੁਰੂ ਜੋ ਰਿਧੀਆਂ ਸਿੱਧੀਆਂ ਦਾ ਮਾਲਕ ਹੈ। ਦਾਸੀਆਂ ਨੇ ਜਾਂ ਰਾਣੀ ਦੇ ਕੰਨਾਂ ਵਿੱਚ ਆਖਿਆ, ਉਹ ਆ ਗਏ ਜਿਨ੍ਹਾਂ ਨੂੰ ਤੂੰ ਉਡੀਕ ਕਰਦੀ ਰਹੀ। ਚੱਲ ਦਰਸ਼ਨ ਕਰ। ਉਹਨਾਂ ਨੂੰ ਅੰਨ ਜਲ ਘਿਓ ਮਿੱਠਾ ਚਾਹੀਦਾ ਹੈ। ਤੇਰੇ ਰਾਜ ਵਿੱਚ ਆਏ ਹਨ, ਤੂੰ ਰਾਣੀ ਹੈ। ਇਸ ਰਿਆਸਤ ਦਾ ਮਾਲਕ ਆਪ ਭਗਵਾਨ ਤੇਰੇ ਘਰ ਪ੍ਰਾਹੁਣਾ ਬਣ ਕੇ ਆਇਆ। ਸੁਭਾਗੀਏ ਰਾਣੀਏ, ਉੱਠ ਦੇਰ ਨਾ ਕਰ, ਦਰਸ਼ਨ ਕਰ ਤੇ ਨਿਹਾਲ ਹੋ। ਉਹ ਵੇਲਾ ਹੈ ਜਨਮ ਮਰਨ ਦੇ ਬੰਧਨ ਕੱਟਣ ਦਾ। ਰਾਣੀ ਉੱਠੀ, ਭੱਜ ਕੇ ਗਈ, ਮੈਂ ਬਾਰੀ ਜਾਵਾਂ, ਮੈਂ ਭੁੱਲੀ ਜਾਵਾਂ, ਪ੍ਰਭੂ ਆ ਪੁੱਜੇ। ਕੁਬਜਾਂ ਦੇ ਘਰ ਸ੍ਰੀ ਕ੍ਰਿਸ਼ਨ ਜੀ, ਭੀਲਣੀ ਦੀ ਕੁਟੀਆ ਵਿੱਚ ਸ੍ਰੀ ਰਾਮ ਚੰਦਰ ਜੀ ਆਪ ਭਗਵਾਨ ਆਏ। ਚਲੋ ਤਿਆਰੀ ਕਰੋ, ਕਿਸੇ ਗੱਲੋਂ ਗੁੱਸੇ ਨਾ ਹੋ ਜਾਣ। ਮੈਂ ਭਗਵਾਨ ਨੂੰ ਪ੍ਰਸੰਨ ਕਰਨਾ ਹੈ। ਉਹ ਵਿਸ਼ਨੂੰ ਰੂਪ ਵਿੱਚ ਦਰਸ਼ਨ ਕਰਨੇ ਹਨ। ਮੈਂ ਜਾ ਕੇ ਆਪ ਦੀਨ ਦੁਨੀ ਦੇ ਬਾਲੀ ਹਨ। ਮੈਂ ਬਾਰੀ ਉਹਨਾਂ ਰਾਹਾਂ ਤੋਂ ਜਿਨ੍ਹਾਂ ਰਾਹੀਂ ਆਏ ਹਨ। ਉਸ ਵੇਲੇ ਤਿਆਰੀ ਹੋਈ। ਚਾਂਦੀ ਦੇ ਥਾਲਾਂ ਵਿੱਚ ਉੱਤਮ ਵਸਤੂਆਂ ਰੱਖੀਆਂ। ਥਾਲ ਦਾਸੀਆਂ ਨੂੰ ਚੁਕਵਾਏ ਅਤੇ ਰਾਣੀ ਤੁਰੀ ਦਰਸ਼ਨ ਕਰਨ।
ਪਾਲਕੀ ਵਿੱਚ ਨਹੀਂ ਬੈਠੀ, ਪੈਦਲ ਤੁਰ ਪਈ। ਪਰਜਾ ਨੇ ਦੇਖਿਆ ਉਹਨਾਂ ਦੀ ਪਿਆਰੀ ਧਰਮਣ ਰਾਣੀ ਸਤਿਗੁਰੂ ਦੇ ਦਰਸ਼ਨ ਕਰਨ ਜਾ ਰਹੀ ਹੈ। ਸਾਰਿਆਂ ਨੇ ਸ਼ਰਧਾ ਨਾਲ ਸਿਰ ਝੁਕਾਏ। ਰਾਣੀ ਦੇ ਪਿੱਛੇ ਪਿੱਛੇ ਗੋਲੀਆਂ ਤੇ ਗੋਲੀਆਂ ਦੇ ਪਿੱਛੇ ਸ਼ਹਿਰ ਦੀਆਂ ਨਾਰੀਆਂ ਨਾਲ ਬੱਚੇ ਸਭ ਆਏ। ਰਾਣੀ ਦੇ ਨਿਰਮਲ ਹਿਰਦੇ ਵਿੱਚ ਫੁਰਨਾ ਫੁਰਿਆ, ਮੈਂ ਸਤਿਗੁਰੂ ਦੇ ਦਰਸ਼ਨ ਵਿਸ਼ਨੂੰ ਰੂਪ ਵਿੱਚ ਕਰਨਾ ਚਾਹੁੰਦੀ ਹਾਂ। ਸਤਿਗੁਰੂ ਜੀ ਦਰਬਾਰ ਲਾਈ ਬੈਠੇ ਸਨ। ਚਿੱਤ ਪਾਰ ਬ੍ਰਹਮ ਦੇ ਚਰਨਾਂ ਨਾਲ ਜੁੜਿਆ ਹੋਇਆ ਸੀ। ਨੈਣ ਮੁੰਦੇ ਹੋਏ ਸਨ। ਜੋਗੀ ਰੂਪ ਹੋ ਕੇ ਅੰਮ੍ਰਿਤ ਰਸ ਦਾ ਆਨੰਦ ਲੈ ਰਹੇ ਸਨ। ਰਾਣੀ ਪਹੁੰਚੀ, ਉਸਨੇ ਦੇਖਿਆ ਉਸਦੇ ਨੈਣਾਂ ਨੂੰ ਝੌਲਾ ਪਿਆ। ਸੱਚਮੁੱਚ ਆਸਣ ਉੱਤੇ ਵਿਸ਼ਨੂੰ ਜੀ ਬੈਠੇ ਹੋਏ ਹਨ। ਮਨ ਦੀਆਂ ਮੁਰਾਦਾਂ ਪੂਰੀਆਂ ਹੋ ਗਈਆਂ। ਚਿੱਤ ਬਹੁਤ ਖੁਸ਼ ਹੋ ਗਿਆ। ਪ੍ਰੇਮ ਤੇ ਸ਼ਰਧਾ ਦੇ ਨਾਲ ਸਿਰ ਝੁਕ ਗਿਆ। ਸਾਰੀਆਂ ਵਸਤੂਆਂ ਸਤਿਗੁਰੂ ਦੇ ਅੱਗੇ ਰੱਖ ਕੇ ਮੱਥਾ ਟੇਕਿਆ। ਜਿਉਂ ਹੀ ਰਾਣੀ ਨੇ ਮੱਥਾ ਟੇਕਿਆ ਤਿਉਂ ਹੀ ਸਤਿਗੁਰੂ ਜੀ ਦੇ ਨੈਣ ਖੁੱਲ੍ਹ ਗਏ। ਸਤਿਗੁਰੂ ਨੇ ਕਿਹਾ, ਰਾਣੀ ਨਿਹਾਲ ਨਿਹਾਲ ਨਿਹਾਲ। ਰਾਣੀ ਜੀ ਨਿਹਾਲ, ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਿਆ ਕਰੋ। ਇਹ ਬਚਨ ਦਰਗਾਹੋਂ ਆਇਆ ਸੀ। ਰਾਣੀ ਨਿਹਾਲ ਹੋ ਗਈ। ਉਹਦੇ ਹਿਰਦੇ ਵਿੱਚ ਸ਼ਾਂਤੀ ਆ ਗਈ ਤੇ ਸਾਰੇ ਜਨਮ ਮਰਨ ਦੇ ਬੰਧਨ ਕੱਟੇ ਗਏ। ਉਸ ਵੇਲੇ ਉਹਦੀ ਜ਼ੁਬਾਨ 'ਚੋਂ ਨਿਕਲਿਆ ਵਾਹਿਗੁਰੂ। ਸਿਰ ਫਿਰ ਝੁਕ ਗਿਆ। ਅੱਗੇ ਹੱਥ ਅੱਗੇ ਵਧਾ ਕੇ ਚਰਨਾਂ ਦੀ ਛੋਹ ਪ੍ਰਾਪਤ ਕੀਤੀ। ਚਰਨ ਧੂੜ ਨੈਣਾ ਉੱਤੇ ਲਾਈ। ਨੈਣਾ ਦੀ ਹਾਲਤ ਬਦਲ ਗਈ। ਉਹਨਾਂ ਨੈਣਾ ਵਿੱਚ ਪਿਆਰ, ਹਮਦਰਦੀ ਤੇ ਏਕਤਾ ਦੀ ਰੋਸ਼ਨੀ ਆ ਗਈ। ਸਾਰਾ ਜਗਤ, ਸਾਰੇ ਬੰਦੇ ਚੰਗੇ ਦਿਸਣ ਲੱਗੇ। ਬੈਰੀ ਕੋਈ ਨਹੀਂ ਰਿਹਾ। ਸਾਰੇ ਆਪਣੇ ਵੀਰ ਪ੍ਰਤੀਤ ਹੋਣ ਲੱਗੇ। ਆਤਮਾ ਵਾਹਿਗੁਰੂ ਦਾ ਜਾਪ ਕਰਨ ਲੱਗੀ। ਰਾਜ ਭਵਨ ਵਿੱਚ ਚਲੋ ਤੇ ਪ੍ਰਸ਼ਾਦ ਛਕੋ। ਇਹ ਮੇਰੀ ਦੂਸਰੀ ਇੱਛਾ ਹੈ, ਰਾਣੀ ਕਹਿੰਦੀ। ਰਾਜ ਭਵਨ ਪਵਿੱਤਰ ਹੋ ਜਾਵੇ। ਰਾਣੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਰਾਣੀ ਜੀ ਤੁਸਾਂ ਦੀ ਇਹ ਬੇਨਤੀ ਵੀ ਪ੍ਰਵਾਨ ਹੋਈ। ਪ੍ਰਸ਼ਾਦ ਤਿਆਰ ਕਰਵਾਵੋ, ਗੁਰੂ ਸੰਗਤ ਛਕੇਗੀ। ਤੁਸਾਂ ਦਾ ਪਿਆਰ ਪ੍ਰਵਾਨ ਹੋਇਆ। ਅਕਾਲ ਪੁਰਖ ਤੁਸਾਂ ਉੱਤੇ ਮਿਹਰ ਕੀਤੀ। ਰਾਣੀ ਨਿਹਾਲ ਹੋਈ। ਸਤਿਗੁਰੂ ਨੇ ਰਾਜ ਭਵਨ ਵਿੱਚ ਜਾ ਕੇ ਪ੍ਰਸ਼ਾਦ ਛਕਣ ਦੀ ਬੇਨਤੀ ਨੂੰ ਪ੍ਰਵਾਨ ਕਰ ਲਿਆ। ਸਾਰੀ ਸੰਗਤ ਸਮੇਤ ਸਤਿਗੁਰੂ ਜੀ ਰਾਜ ਭਵਨ ਵਿੱਚ ਪੁੱਜੇ। ਪ੍ਰਸ਼ਾਦ ਛਕਿਆ। ਪ੍ਰੇਮ ਤੇ ਸ਼ਰਧਾ ਨਾਲ ਤਿਆਰ ਕੀਤਾ ਹੋਇਆ ਭੋਜਨ ਬਹੁਤ ਚੰਗਾ ਸਵਾਦੀ ਸੀ। ਸਾਰੀ ਸੰਗਤ ਪ੍ਰਸ਼ਾਦ ਛਕ ਕੇ ਬਹੁਤ ਖੁਸ਼ ਹੋਈ। ਅਰਦਾਸ ਕੀਤੀ ਗਈ। ਅਰਦਾਸ ਦੇ ਵਿੱਚ ਇਹੋ ਹੀ ਬੇਨਤੀ ਸੀ, ਰਾਣੀ ਨੂੰ ਨਾਮਦਾਨ ਪ੍ਰਾਪਤ ਹੋਵੇ। ਪਰਮਾਤਮਾ ਦੀ ਚਰਨ ਦੀ ਪ੍ਰੀਤੀ ਸਦੀਵ ਕਾਲ ਵਾਸਤੇ ਰਹੇ। ਮੈਂ ਦਰਸ਼ਨ ਕਰਿਆ ਕਰਨਾ ਚਾਹੁੰਦੀ ਹਾਂ। ਰਾਣੀ ਨੇ ਉਸੇ ਸਮੇਂ ਬੇਨਤੀ ਫਿਰ ਕੀਤੀ। ਜਦੋਂ ਸਤਿਗੁਰੂ ਰਾਜਪੁਰ ਤੋਂ ਤੁਰਨ ਦੀ ਇੱਛਾ ਪ੍ਰਗਟ ਕੀਤੀ, ਇਹ ਲਓ ਪੋਥੀ। ਮਹਾਰਾਜ ਕਹਿੰਦੇ, ਇਸ ਪੋਥੀ ਦੇ ਦਰਸ਼ਨ ਜਦੋਂ ਕਰੋਗੇ ਤਦੋਂ ਤੁਹਾਨੂੰ ਸਾਡੇ ਦਰਸ਼ਨ ਹੋ ਜਾਇਆ ਕਰਨਗੇ। ਸਤਿਗੁਰੂ ਜੀ ਨੇ ਬਚਨ ਕੀਤਾ ਤੇ ਨਾਲ ਹੀ ਗੁਰਬਾਣੀ ਦੇ ਸ਼ਬਦ ਦੀ ਇੱਕ ਪੋਥੀ ਬਖਸ਼ੀ। ਉਸ ਪੋਥੀ ਨੂੰ ਪ੍ਰਾਪਤ ਕਰਕੇ ਰਾਣੀ ਨਿਹਾਲ ਹੋ ਗਈ। ਉਸਨੇ ਜੇਵਰ, ਨਗਦ, ਰੁਪਏ ਤੇ ਉੱਤਮ ਵਸਤੂਆਂ ਸਤਿਗੁਰੂ ਦੀ ਭੇਟਾ ਕੀਤੀਆਂ। 2 ਦਿਨ ਰਾਏਪੁਰ ਅਟ ਕੇ ਸਤਿਗੁਰੂ ਜੀ ਅੱਗੇ ਨੂੰ ਤੁਰੇ। ਅੱਗੇ ਢਕੌਲੀ ਖੂਹ ਲਵਾਉਣਾ। ਹੁਣ ਰਾਏਪੁਰ ਦੀ ਰਾਣੀ ਨੂੰ ਤਾਰ ਕੇ ਸਤਿਗੁਰੂ ਜੀ ਅਗਲੇ ਨਗਰਾਂ ਨੂੰ ਆ ਗਏ। ਟੋਡੇ ਤੇ ਟੋਡੇ ਤੋਂ ਢੰਗੋਲੀ ਪੁੱਜੇ।
ਧਕੋਲੀ ਦੇ ਲੋਕਾਂ ਨੇ ਸਤਿਗੁਰੂ ਦੀ ਬਹੁਤ ਸੇਵਾ ਕੀਤੀ। ਉਸ ਪਿੰਡ ਵਾਲਿਆਂ ਨੂੰ ਪੀਣ ਵਾਲੇ ਜਲ ਦੀ ਬਹੁਤ ਤੰਗੀ ਸੀ। ਜਿੱਥੋਂ ਵੀ ਖੂਹ ਪੁੱਟਦੇ ਸਨ ਉੱਥੋਂ ਹੀ ਪਾਣੀ ਨਹੀਂ ਸੀ ਨਿਕਲਦਾ, ਅਤੇ ਜੇ ਨਿਕਲਦਾ ਸੀ ਤਾਂ ਉਹ ਪਾਣੀ ਪੀਣ ਵਾਲਾ ਨਹੀਂ ਸੀ ਹੁੰਦਾ। ਸਤਿਗੁਰੂ ਜੀ ਦੇ ਅੱਗੇ ਉਹਨਾਂ ਨੇ ਬੇਨਤੀ ਕੀਤੀ, ਹੇ ਦਾਤਾ ਦਇਆ ਕਰੋ, ਸਾਨੂੰ ਜਲ ਬਖਸ਼ੋ। ਮਹਾਰਾਜ ਕਹਿੰਦੇ ਕੀ ਮਾਮਲਾ ਹੈ, ਇੱਥੇ ਜਲ ਨਹੀਂ? ਸਤਿਗੁਰੂ ਜੀ ਨੇ ਪੁੱਛਿਆ। ਨਹੀਂ ਮਹਾਰਾਜ, ਅਸੀਂ ਖੂਹ ਪੁੱਟਦੇ ਪੁੱਟਦੇ ਥੱਕ ਜਾਂਦੇ ਹਾਂ ਪਰ ਜਲ ਨਹੀਂ ਨਿਕਲਦਾ। ਇਹ ਸੁਣ ਕੇ ਸਤਿਗੁਰੂ ਜੀ ਮੁਸਕਰਾ ਪਏ। ਸਤਿਗੁਰੂ ਨੇ ਕਿਹਾ, ਤੁਸਾਂ ਦੇ ਬਜ਼ੁਰਗਾਂ ਦੀ ਮਨੁੱਖਤਾ ਅਤੇ ਲਾਪਰਵਾਹੀ ਦੇ ਕਾਰਨ ਇਹ ਤੰਗੀ ਤੁਸਾਂ ਨੂੰ ਹੋਈ ਹੈ। ਉਹ ਕਿਵੇਂ ਮਹਾਰਾਜ? ਇੱਕ ਮੁਖੀਏ ਨੇ ਪੁੱਛਿਆ, ਪਿੰਡ ਦੇ ਨੇ। ਇਹ ਕਥਾ ਇਸ ਤਰ੍ਹਾਂ ਹੈ, ਤੁਸਾਂ ਦੇ ਨਗਰ ਸਾਧੂ ਆਏ ਸੀ। ਉਹ ਸਾਧੂ ਕਰਤਾਰ ਦੇ ਭਗਤ ਸਨ। ਤੁਸਾਂ ਦੇ ਬਜ਼ੁਰਗਾਂ ਨੇ ਉਹਨਾਂ ਨੂੰ ਹਾਂਸੀ ਕੀਤੀ ਸੀ, ਟਿੱਚਰਾਂ ਕਰੀਆਂ ਸੀ। ਉਹਨਾਂ ਸਾਧੂਆਂ ਵਿੱਚੋਂ ਇੱਕ ਸਾਧੂ ਜਲ ਲੈਣ ਵਾਸਤੇ ਗਿਆ ਤਾਂ ਇੱਕ ਮੁਖੀਏ ਨੇ ਜਲ ਨਾ ਲੈਣ ਦਿੱਤਾ। ਉਹ ਸਾਧੂ ਧਿਆਏ ਹੀ ਰਹੇ। ਵਾਹਿਗੁਰੂ ਦਾ ਐਸਾ ਭਾਣਾ ਹੋਇਆ ਕਿ ਸਾਧੂਆਂ ਦੇ ਤੁਰ ਜਾਣ ਦੇ ਪਿੱਛੋਂ ਖੂਹਾਂ ਵਿੱਚੋਂ ਪਾਣੀ ਹੇਠਾਂ ਉਤਰ ਗਿਆ। ਐਸਾ ਉਤਰਿਆ ਕਿ ਮੁੜ ਉੱਪਰ ਹੀ ਨਹੀਂ ਆਇਆ। ਕਰਤਾਰ ਨੇ ਇਸ ਧਰਤੀ ਦੇ ਟੁਕੜੇ ਹੇਠੋਂ ਪਾਣੀ ਕਿਤੋਂ ਦੂਰ ਖਿੱਚ ਲਿਆ। ਧਰਤੀ ਹੇਠੋਂ ਪਾਣੀ ਸੁੱਕ ਗਿਆ ਹੈ। ਬਾਹਰੋਂ ਲਿਆ ਕੇ ਪਾਣੀ ਪੀਂਦੇ ਰਹੇ, ਪਰ ਕਿਸੇ ਨੇ ਇਹ ਨਹੀਂ ਸੋਚਿਆ ਕਿ ਕੋਈ ਧਰਮੀ ਦਾ ਕੰਮ ਕਰੀਏ, ਕੋਈ ਧਰਮ ਦਾ ਕਰਮ ਕਰੀਏ। ਜਗ ਕਰਕੇ ਵਾਹਿਗੁਰੂ ਅੱਗੋਂ ਆਪਣੇ ਕੁਕਰਮ ਦੀ ਭੁੱਲ ਬਖਸ਼ਾਈਏ ਵੀ ਆਪਾਂ ਇਹ ਕਿਉਂ ਕੀਤਾ। ਸਤਿਗੁਰੂ ਦੀ ਜ਼ਬਾਨੋਂ ਇਹ ਹਾਲ ਸੁਣ ਕੇ ਪਿੰਡ ਦੇ ਮੁਖੀਆਂ ਦੇ ਪੈਰੋਂ ਹੇਠੋਂ ਮਿੱਟੀ ਨਿਕਲ ਗਈ। ਉਹ ਸਤਿਗੁਰੂ ਦੇ ਚਰਨਾਂ ਉੱਪਰ ਡਿੱਗ ਪਏ। ਉਹਨਾਂ ਨੇ ਹੱਥ ਜੋੜ ਕੇ ਗਲ ਵਿੱਚ ਪੱਲੂ ਪਾ ਕੇ ਆਖਿਆ, ਆਪ ਸਰਬ ਕਲਾ ਸਮਰੱਥ ਹੋ, ਦਇਆ ਕਰੋ। ਦੇਖੋ ਨਿਰਦੋਸ਼ ਜੀਵ, ਪਸ਼ੂ ਪੰਛੀ ਅਤੇ ਕੀੜੇ ਮਕੌੜੇ ਤਿਹਾਏ ਰਹਿੰਦੇ ਹਨ। ਇੰਦਰਤਾ ਦੇਵਤਾ ਵੱਲ ਦੇਖਦੇ ਰਹਿੰਦੇ ਹਨ, ਕਦੋਂ ਇੰਦਰ ਦੇਵਤਾ ਮਿਹਰ ਕਰੇ ਅਤੇ ਕਦੋਂ ਵਰਖਾ ਹੋਵੇ। ਜਗ ਕਰੋ, ਹੋਮ ਕਰੋ ਜਾਂ ਅਰਦਾਸ ਕਰੋ, ਬਸ ਜਿਵੇਂ ਹੋਵੇ ਸਾਨੂੰ ਪਾਣੀ ਬਖਸ਼ੋ। ਅਸੀਂ ਆਪ ਦਾ ਹਰ ਤਰ੍ਹਾਂ ਦਾ ਹੁਕਮ ਮੰਨਣ ਨੂੰ ਤਿਆਰ ਹਾਂ। ਸਾਰੇ ਲੋਕ ਮਹਾਰਾਜ ਕੋਲ ਇਕੱਠੇ ਹੋ ਕੇ ਕਹਿਣ ਲੱਗੇ। ਇੱਕ ਮਹਾਰਾਜ ਕਹਿੰਦੇ ਇੱਕ ਭੰਡਾਰਾ ਕਰੋ। ਉਸ ਭੰਡਾਰੇ ਵਿੱਚ ਸਾਧੂਆਂ ਅਤੇ ਪਿੰਡ ਦੇ ਮਾਸੂਮ ਬੱਚਿਆਂ ਅਤੇ ਲੋੜਵੰਦ ਗਰੀਬਾਂ ਨੂੰ ਪ੍ਰਸ਼ਾਦ ਛਕਾਓ। ਵਾਹਿਗੁਰੂ ਅੱਗੇ ਸੁੱਧ ਹਿਰਦੇ ਨਾਲ ਅਰਦਾਸ ਕਰੋ। ਅੱਗੇ ਨੂੰ ਬਚਨ ਦੇਵੋ ਕਿ ਤੁਸੀਂ ਜ਼ਰੂਰ ਵਾਹਿਗੁਰੂ ਨੂੰ ਚੇਤੇ ਕਰਿਆ ਕਰੋਗੇ, ਧਰਮਸ਼ਾਲਾ ਬਣਵਾਵੋਗੇ। ਅਸੀਂ ਭੰਡਾਰਾ ਕਰਦੇ ਹਾਂ, ਅੰਨ ਘਿਓ ਮਿੱਠਾ ਅਤੇ ਦੁੱਧ ਲਿਆ ਕੇ ਭੇਟਾ ਕਰਦੇ ਹਾਂ। ਤੁਸੀਂ ਆਪ ਹੀ ਸਭ ਕੁਛ ਕਰਾਵੋ। ਅਸੀਂ ਵਾਹਿਗੁਰੂ ਦਾ ਸਿਮਰਨ ਕਰਾਂਗੇ ਅਤੇ ਧਰਮਸ਼ਾਲਾ ਵੀ ਬਣਾਵਾਂਗੇ। ਆਪ ਸਾਰੀ ਮਰਜ਼ਾਦਾ ਪੂਰੀ ਕਰਕੇ ਖੂਹ ਪਟਾਵੋ। ਆਪਣੇ ਚਰਨ ਕਮਲਾਂ ਨਾਲ ਪਹਿਲਾ ਟੱਪ ਲਾਵੋ। ਦਇਆ ਕਰੋ, ਅਸਾਂ ਗਰੀਬਾਂ ਨੂੰ ਤਾਰੋ। ਸਤਿਗੁਰੂ ਦੇ ਮਨ ਮਿਹਰ ਆਈ। ਕੁਝ ਦਿਨ ਵਾਸਤੇ ਉਸ ਨਗਰ ਵਿੱਚ ਅਟਕ ਗਏ। ਅਕਾਲ ਪੁਰਖ ਦੇ ਸਤਿਗੁਰੂ ਨਾਨਕ ਦੇਵ ਜੀ ਅੱਗੇ ਅਰਦਾਸ ਕੀਤੀ। ਕੜਾਹ ਪ੍ਰਸ਼ਾਦੀ ਦੇ ਕਰਵਾ ਕੇ ਵੰਡੀ ਅਤੇ ਇੱਕ ਸੁੰਦਰ ਅਸਥਾਨ ਅਤੇ ਖੂਹ ਦਾ ਟੱਪ ਲਾਇਆ। 5 ਟੱਪ ਲਾ ਕੇ ਮਹਾਰਾਜ ਤਾਂ ਪਿੱਛੇ ਹਟ ਗਏ ਅਤੇ ਨਗਰ ਵਾਸੀ ਖੂਹ ਨੂੰ ਪੁੱਟਣ ਲੱਗ ਪਏ। ਸਾਰਾ ਦਿਨ ਅਤੇ ਸਾਰੀ ਰਾਤ ਪੁੱਟਦੇ ਰਹੇ। ਜਲ ਦੀ ਪ੍ਰਾਪਤੀ ਦੀ ਖੁਸ਼ੀ ਵਿੱਚ ਉਹਨਾਂ ਨੂੰ ਨਾ ਥਕੇਵਾਂ ਹੋਇਆ ਨਾ ਅਕੇਵਾਂ। ਉਹ ਰੇਤ ਦੀ ਸਤ੍ਹਾ ਤੱਕ ਪਹੁੰਚ ਗਏ। ਪਹਿਲਾਂ ਸੁੱਕੀ ਰੇਤ ਆਈ ਅਤੇ ਪਿੱਛੋਂ ਗਿੱਲੀ ਰੇਤ। ਗਿੱਲੀ ਰੇਤ ਵਿੱਚ ਆਉਣ 'ਤੇ ਸਾਰਿਆਂ ਨੇ ਬਹੁਤ ਖੁਸ਼ੀ ਮਨਾਈ। ਜਲ ਆਉਣ ਦੀ ਆਸ ਹੋ ਗਈ। 4 ਫੁੱਟ ਹੋਰ ਡੂੰਘੇ ਗਏ ਤਾਂ ਜਲ ਆ ਗਿਆ। ਬਹੁਤ ਸੁੰਦਰ ਅਤੇ ਨਿਰਮਲ ਜਲ, ਜਿਸ ਨੂੰ ਦੇਖ ਕੇ ਪੀ ਕੇ ਨਗਰ ਵਾਸੀਆਂ ਦੀਆਂ ਪੁੱਠੀਆਂ ਛਾਲਾਂ ਮਾਰੀਆਂ। ਸਤਿਗੁਰੂ ਨੂੰ ਮਹਾਂ ਕਰਾਮਾਤੀ ਪਰਮਾਤਮਾ ਦਾ ਰੂਪ, ਬਾਲ ਜਵਾਨ ਅਤੇ ਬੁੱਢੇ ਸਭ ਦਰਸ਼ਨਾਂ ਨੂੰ ਆਏ। ਨਜ਼ਰਾਨੇ ਚੜ੍ਹਾਏ ਅਤੇ ਸਾਰੇ ਸਤਿਗੁਰੂ ਦੇ ਸਿੱਖ ਬਣੇ। ਪਾਣੀ ਨਿਕਲਿਆ ਤਾਂ ਸਤਿਗੁਰੂ ਜੀ ਨੇ ਹੁਕਮ ਕੀਤਾ,
ਹੁਣ ਇਸ ਖੂਹ ਨੂੰ ਬਾਬਲੀ ਰੂਪ ਬਣਾਓ। ਇਸ ਦੇ ਨਾਲ ਧਰਮਸ਼ਾਲਾ ਤਿਆਰ ਕਰਨਾ। ਇਹਦਾ ਨਿਰਮਲ ਜਲ ਜੋ ਪੀਵੇਗਾ ਸੋ ਜਨਮ ਮਰਨ ਤੋਂ ਛੁਟਕਾਰਾ ਪਾਵੇਗਾ। ਜਿਹੜਾ ਇਸ਼ਨਾਨ ਕਰੇਗਾ ਤਿਸ ਦੀ ਦੇਹ ਦੇ ਸਾਰੇ ਰੋਗ ਕੱਟੇ ਜਾਣਗੇ। ਇਸ ਨੂੰ ਤਿਆਰ ਕਰਕੇ ਪਾਣੀ ਵਾਸਤੇ ਜਿੱਥੇ ਵੀ ਖੂਹ ਪੁੱਟੋਗੇ ਉੱਥੇ ਹੀ ਜਲ ਨਿਰਮਲ ਆਵੇਗਾ। ਇਸ ਤਰ੍ਹਾਂ ਢਕੌਲੀ ਦੇ ਲੋਕਾਂ ਨੂੰ ਜਲ ਤੇ ਨਵਾਂ ਜੀਵਨ ਬਖਸ਼ ਕੇ ਸਤਿਗੁਰੂ ਜੀ ਅੱਗੇ ਤੁਰ ਪਏ। ਕਿਉਂਕਿ ਛੇਤੀ ਤੋਂ ਛੇਤੀ ਅਨੰਦਪੁਰ ਪਹੁੰਚਣਾ ਸੀ। ਢਕੌਲੀ ਦੇ ਵਾਸੀ ਸਤਿਗੁਰੂ ਨੂੰ ਵਿਦਾ ਕਰਨ ਵਾਸਤੇ ਤਕਰੀਬਨ 3 ਮੀਲ ਤੱਕ ਨੰਗੇ ਪੈਰੀਂ ਨਾਲ ਆਏ। ਗੁਰੂ ਜੀ ਨੇ ਸਭ ਨੂੰ ਨਿਹਾਲ ਕੀਤਾ ਤੇ ਹੌਸਲਾ ਦਿੱਤਾ ਵੀ ਅੱਗੇ ਤੋਂ ਆਏ ਗਏ ਸਾਧੂਆਂ ਦੀ ਸੇਵਾ ਕਰਨੀ ਤੇ ਧਰਮਸ਼ਾਲਾ ਬਣਵਾ ਕੇ ਅਤਿਥੀਆਂ ਵਾਸਤੇ ਰਾਤ ਰਹਿਣ ਵਾਸਤੇ ਸੇਵਾ ਕਰਨੀ ਤੇ ਵਾਹਿਗੁਰੂ ਦਾ ਸਿਮਰਨ ਕਰਨਾ। ਸਾਰਿਆਂ ਨੂੰ ਨਿਹਾਲ ਕਰਕੇ ਸਤਿਗੁਰੂ ਜੀ ਅੱਗੇ ਨੂੰ ਤੁਰ ਪਏ। ਹੁਣ ਪਠਾਣਾਂ ਨੂੰ ਨਿਹਾਲ ਕਰਨਾ ਅੱਗੇ। ਕੋਈ ਭਿਓ ਮੁੰਡੀਆਂ ਸੰਨਿਆਸੀ, ਕੋਈ ਜੋਗੀ ਭਿਓ, ਕੋ ਬ੍ਰਹਮਚਾਰੀ, ਕੋ ਜਤੀ ਅਨੁਮਾਨਵੋ, ਹਿੰਦੂ ਤੁਰਕ ਕੋ ਰਾਪਸੀ, ਇਮਾਮ ਸਾਫੀ, ਮਾਨਸ ਕੀ ਜਾਤ ਸਭੇ ਏਕ ਪਹਿਚਾਨਵੋ। ਕਰਤਾ ਕਰੀਮ ਸੋਈ ਰਾਜ ਕਰ ਰਹੀਮ ਹੋਈ, ਦੂਸਰੇ ਨਾ ਭੇਦ ਕੋਈ ਭੁੱਲ ਭਰਮ ਮਾਨਵੋ। ਏਕ ਹੀ ਕੀ ਸੇਵਾ ਸਭ ਹੀ ਕੋ ਗੁਰਦੇਵ, ਏਕ ਏਕ ਹੀ ਸਰੂਪ ਸਭ ਏਕ ਹੀ ਜੋਤ ਜਾਨਵੋ। ਇਹ ਬਚਨ ਸਤਿਗੁਰੂ ਦੇ ਆਪਣੇ ਹਨ, ਜਿਸ ਦਾ ਪਰਮਾਰਥ ਹੈ ਕੋਈ ਸੋਡ ਰੋਡ ਸੰਨਿਆਸੀ ਬਣ ਗਿਆ ਹੈ, ਕੋਈ ਜੋਗੀਆਂ ਦਾ ਧਰਮ ਧਾਰਨ ਬੈਠਾ ਹੈ, ਕੋਈ ਬ੍ਰਹਮਚਾਰੀ ਹੈ ਤੇ ਕੋਈ ਜਤੀ ਸਦਾਉਂਦੇ ਹਨ। ਇਹ ਸਾਰੇ ਧਰਮ ਦੇ ਫਿਰਕੇ ਹਨ। ਕੋਈ ਹਿੰਦੂ ਹੈ ਜਿਹੜਾ ਹਿੰਦੁਸਤਾਨ ਦਾ ਵਸਨੀਕ ਜਾਂ ਵੇਦਾਂ ਤੇ ਦੇਵੀ ਦੇਵਤਿਆਂ ਨੂੰ ਮੰਨਦਾ ਹੈ, ਕੋਈ ਤੁਰਕ, ਮੁਸਲਮਾਨ, ਰਾਫਜ਼ੀ, ਇਮਾਮ ਆਦਿਕ ਹੈ। ਪਰ ਧਿਆਨ ਨਾਲ ਸੋਚੋ, ਇਹ ਸਾਰੇ ਮਨੁੱਖ ਹਨ। ਇੱਕੋ ਹੀ ਸਮਝੋ, ਧਰਮ ਕਰਮ ਨਾਲ ਮਨੁੱਖ ਦੂਸਰਾ ਨਹੀਂ ਹੋ ਜਾਂਦਾ। ਖੁਦਾ ਜਾਂ ਭਗਵਾਨ ਇੱਕ ਹੈ, ਉਸੇ ਨੂੰ ਕਰਤਾ ਕਿਹਾ ਜਾਂਦਾ ਹੈ। ਉਸੇ ਨੂੰ ਕਰੀਮ, ਉਹੀ ਰੋਜੀ ਦੇਣ ਵਾਲਾ ਰਹੀਮ ਹੈ, ਹੋਰ ਦੂਸਰਾ ਕੋਈ ਨਹੀਂ। ਬਾਕੀ ਐਵੇਂ ਭਰਮ ਹੈ ਜੋ ਸੰਸਾਰੀ ਜੀਵਾਂ ਨੂੰ ਪਏ ਹਨ ਤੇ ਉਹ ਸਾਰੇ ਮਨੁੱਖਾਂ ਨੂੰ ਮਨੁੱਖ ਨਹੀਂ ਸਮਝਦੇ। ਬਸ ਇਹ 16 ਨੇ ਸੱਚ ਗੱਲ ਸਮਝੋ ਕਿ ਇਹ ਵਾਹਿਗੁਰੂ ਹੈ, ਉਸੇ ਦੀ ਸੇਵਾ ਪੂਜਾ ਕਰਦੇ ਹਨ। ਇੱਕੋ ਸੂਰ ਤੇ ਇੱਕ ਜੋਤ ਹੀ ਸਮਝਣੀ ਚਾਹੀਦੀ ਹੈ, ਸਭ ਨਾਲ ਪਿਆਰ ਰੱਖਣਾ ਚਾਹੀਦਾ ਹੈ। ਇਹ ਸੀ ਸਤਿਗੁਰੂ ਜੀ ਦਾ ਉੱਚਾ ਨਿਸ਼ਾਨਾ ਸੀ। ਇਸੇ ਕਰਕੇ ਮੁਸਲਮਾਨ ਤੇ ਹਿੰਦੂ ਦੋਵੇਂ ਹੀ ਉਹਨਾਂ ਦੀ ਪੂਜਾ ਕਰਦੇ ਸਨ। ਬੁੱਧੂ ਸ਼ਾਹ ਨੇ ਆਪਣੇ ਬੇਟੇ ਕੁਰਬਾਨ ਕਰਕੇ ਪਿਆਰ ਦਾ ਸਬੂਤ ਦਿੱਤਾ। ਸਤਿਗੁਰੂ ਜੀ ਮੁਸਲਮਾਨ ਜਾਤ ਦੇ ਵਿਰੁੱਧ ਨਹੀਂ ਸਨ, ਉਹ ਤਾਂ ਸਾਰੀ ਮਨੁੱਖਤਾ ਦੇ ਰਾਖੇ ਸਨ। ਉਹ ਜ਼ੁਲਮ, ਪਾਪ, ਹਨੇਰ ਤੇ ਹੰਕਾਰ ਦੇ ਬੈਰੀ ਸਨ। ਉਹ ਹਕੂਮਤ ਤੋਂ ਬਾਗੀ ਸਨ, ਜਿਹੜੀ ਹਕੂਮਤ ਲੋਕਾਂ ਨੂੰ ਸ਼ਾਂਤੀ, ਖੁਸ਼ਹਾਲੀ ਤੇ ਪਿਆਰ ਨਾਲ ਜਿਉਣ ਨਹੀਂ ਸੀ ਦਿੰਦੀ, ਜਿਹੜੀ ਇਨਸਾਨ ਨੂੰ ਇਨਸਾਨ ਨਾਲ ਲੜਾ ਰਹੀ ਸੀ। ਇਹ ਆਖ ਕੇ ਤੇਰਾ ਖੁਦਾ ਚੰਗਾ ਹੈ, ਉਹਦਾ ਭਗਵਾਨ ਮਾੜਾ ਹੈ, ਮਾਰ ਸੁੱਟ ਉਹਦੇ ਭਗਵਾਨ ਨੂੰ ਤੇ ਕਹੋ ਤੇਰੇ ਖੁਦਾ ਦੀ ਪੂਜਾ ਕਰੇ। ਇਸੇ ਵਿਚਾਰ ਦੇ ਬਲ ਨਾਲ ਉਹ ਰਾਜ ਕਰੀ ਜਾਂਦੇ ਸਨ। ਭੇਡਾਂ ਬੱਕਰੀਆਂ ਦੀ ਤਾਂ ਇਨਸਾਨ ਨੂੰ ਮਾਰਨ ਤੇ ਵੇਚਣ ਵਿੱਚ ਝਿਜਕਦੇ ਨਹੀਂ ਸਨ। ਉਹਨਾਂ ਪਾਪੀਆਂ ਦਾ ਪਾਪ ਕਰਦਿਆਂ ਹੋਇਆਂ ਹਿਰਦਾ ਨਹੀਂ ਸੀ ਕੰਬਦਾ। ਨਿਰਦੋਸ਼ਣਾ ਮਾਸੂਮ ਲੜਕੀਆਂ ਨੂੰ ਹਿੰਦ ਵਿੱਚੋਂ ਪ੍ਰਦੇਸ਼ ਲਿਜਾ ਕੇ ਵੇਚਿਆ ਤੇ ਨਿਰਾਦਰ ਕੀਤਾ ਜਾਂਦਾ ਸੀ, ਸਿਰਫ ਇਹ ਆ ਕੇ ਕਿ ਇਹ ਕਾਫਰਾਂ ਦੀਆਂ ਲੜਕੀਆਂ ਹਨ। ਇਹ ਭਗਵਾਨ ਤੇ ਦੇਵਤਿਆਂ ਨੂੰ ਮੰਨਣ ਵਾਲਿਆਂ ਦੀਆਂ ਧੀਆਂ ਹਨ। ਕੋਈ ਕਸਾਈ ਇਹ ਨਾ ਸਮਝਦਾ ਕਿ ਇਹਨਾਂ ਨੂੰ ਜਨਮ ਦੇਣ ਵਾਲਾ ਹੀ ਖੁਦਾ ਹੈ। ਖੁਦਾ ਤੇ ਭਗਵਾਨ ਵਿੱਚ ਕੋਈ ਫਰਕ ਨਹੀਂ। ਆਪਣੀਆਂ ਤੇ ਬਗਾਨੀਆਂ ਧੀਆਂ ਵਿੱਚ ਕੋਈ ਫਰਕ ਨਹੀਂ ਹੁੰਦਾ। ਉਹ ਮਾਸੂਮ ਧੀਆਂ ਹੀ ਹੁੰਦੀਆਂ ਹਨ। ਤੂੰ ਕਾਫਰ ਹੈ ਜਾਂ ਮੁਸਲਮਾਨ ਬਣ ਜਾਂ ਤੈਨੂੰ ਕਤਲ ਕੀਤਾ ਜਾਵੇਗਾ। ਇਹ ਬਾਗ ਉਹ ਮਾਸੂਮ ਬੱਚਿਆਂ ਨੂੰ ਆਖੇ ਜਾਂਦੇ ਰਹੇ ਉਸ ਟਾਈਮ।
ਜਿਨ੍ਹਾਂ ਨੂੰ ਇਹ ਗਿਆਨ ਨਹੀਂ ਸੀ ਕਿ ਮੁਸਲਮਾਨ ਕੌਣ ਹੁੰਦਾ ਅਤੇ ਕਾਫਰ ਕੌਣ, ਉਹਨਾਂ ਨੂੰ ਵੀ ਕਤਲ ਕੀਤਾ ਗਿਆ। ਸਤਿਗੁਰੂ ਜੀ ਬਹੀਰ ਸਮੇਤ ਚੱਲਦੇ ਚੱਲਦੇ ਕੋਟਲੇ ਰੋਪੜ ਦੇ ਨੇੜੇ ਪੁੱਜੇ। ਕੋਟਲੇ ਦੇ ਸਰਦਾਰ ਪਠਾਨ ਦੀ ਬੜੇ ਖੁਦਾ ਅਤੇ ਭੈ ਵਾਲੇ ਨੇਕ ਸਨ। ਉਹਨਾਂ ਨੇ ਗੁਰੂ ਘਰ ਦੀ ਸੋਭਾ ਬਹੁਤ ਸੁਣੀ ਹੋਈ ਸੀ। ਜਦੋਂ ਕੋਟਲੇ ਦੇ ਲਾਗੇ ਉਹਦੀ ਲੰਘਣ ਲੱਗੇ ਤਾਂ ਪਠਾਣਾਂ ਦੇ ਮੁਖੀਆਂ ਨੇ ਅੱਗੇ ਹੋ ਕੇ ਗਲ ਵਿੱਚ ਪੱਲੂ ਪਾ ਕੇ ਹੱਥ ਜੋੜ ਕੇ ਸਤਿਗੁਰੂ ਜੀ ਦੇ ਅੱਗੇ ਬੇਨਤੀ ਕੀਤੀ, ਦਾਤਾ ਅਸਾਂ ਗਰੀਬਾਂ ਦੀ ਇੱਛਾ ਹੈ ਕਿ ਦਿਨ ਇੱਥੇ ਅਟਕੋ, ਅਸੀਂ ਸੇਵਾ ਕਰ ਲਈਏ। ਚਿੱਤ ਕਰਦਾ ਦਰਬਾਰ ਲਾਵੋ ਅਤੇ ਬਚਨ ਸੁਣਾਵੋ। ਗੁਰੂ ਕਾ ਲੰਗਰ ਵਰਤੇ, ਲੰਗਰ ਦਾ ਸੀਤ ਪ੍ਰਸ਼ਾਦ ਅਸੀਂ ਛਕਾਂਗੇ। ਖੁਦਾ ਦੀਆਂ ਬਹੁਤ ਮਿਹਰਾਂ ਹਨ ਜੋ ਸਾਨੂੰ ਦਰਸ਼ਨ ਹੋ ਗਏ ਹਨ। ਪੂਰਬਲੇ ਜਨਮ ਦਾ ਬੀਜਾ ਅਸੀਂ ਅੱਗੇ ਆਇਆ ਹੈ। ਸਤਿਗੁਰੂ ਜੀ ਨੇ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰ ਲਿਆ। ਪਿੰਡ ਦੇ ਬਾਹਰ ਡੇਰੇ ਲਾ ਦਿੱਤੇ, ਤੰਬੂ ਗੱਡੇ ਗਏ। ਸਤਿਗੁਰੂ ਦੇ ਆਪਣੇ ਆਸਣ ਵਾਸਤੇ ਸ਼ਾਨਦਾਰ ਸਾਇਵਨ ਲਾਇਆ ਗਿਆ। ਉਸ ਦੇ ਹੇਠਾਂ ਸਤਿਗੁਰੂ ਦਾ ਆਸਣ ਲਗਾਇਆ ਗਿਆ। ਦਰੀਆਂ ਵਿਛਾ ਕੇ ਦੀਵਾਨ ਲਾਉਣ ਦਾ ਪ੍ਰਬੰਧ ਕੀਤਾ ਗਿਆ। ਪਠਾਨ ਪਰਿਵਾਰਾਂ ਸਮੇਤ ਸਤਿਗੁਰੂ ਦੇ ਉਪਦੇਸ਼ ਸੁਣਨ ਵਾਸਤੇ ਆਏ। ਉਪਦੇਸ਼ ਸੁਣ ਕੇ ਨਿਹਾਲ ਹੋਏ। ਸਤਿਗੁਰੂ ਨੇ ਪਰਮਾਤਮਾ ਨੂੰ ਯਾਦ ਕਰਨ ਦਾ ਅਤੇ ਮਨੁੱਖ ਨਾਲ ਮਨੁੱਖ ਨੂੰ ਕਿਵੇਂ ਪਿਆਰ, ਹਮਦਰਦੀ ਅਤੇ ਮੇਲ ਮਿਲਾਪ ਕਰਨਾ ਚਾਹੀਦਾ, ਸੇਵਾ ਕਰਨ ਦੇ ਕੀ ਲਾਭ ਹਨ ਆਦਿਕ ਵਿਚਾਰ ਸੁਣਾਏ। ਗੁਰੂ ਘਰ ਦੀ ਵਿਸ਼ੇਸ਼ਤਾ ਦੱਸੀ। ਅਸੀਂ ਅਕਾਲ ਪੁਰਖ ਦੇ ਪਾਸ਼ਕ ਹਾਂ, ਕਿਉਂਕਿ ਉਹ ਨਾ ਮਰਦਾ ਹੈ ਅਤੇ ਨਾ ਬੁੱਢਾ ਹੁੰਦਾ ਹੈ। ਉਸ ਦੇ ਦੇਸ਼ ਕਾਲ ਦਾ ਕੋਈ ਅਸਰ ਨਹੀਂ ਹੁੰਦਾ। ਉਹ ਸਾਰੇ ਜੀਵਾਂ ਦੀ ਕਰਤਾ ਅਤੇ ਰਖਵਾਲਾ ਹੈ। ਸਾਰੇ ਜੀਵ 18 ਭਾਰ ਬਨਸਪਤੀ ਅਤੇ ਪਸ਼ੂ ਪੰਛੀ ਉਸੇ ਦੀ ਕਿਰਤ ਹਨ। ਇਸ ਧਰਤੀ 'ਤੇ ਮਨੁੱਖ ਜਨਮ ਦਾ ਪਸਾਰਾ ਉਸ ਦੀ ਮਨ ਮੌਜ ਖੇਡ ਹੈ। ਇਸ ਖੇਡ ਨੂੰ ਰੱਜ ਕੇ ਵੇਖ ਕੇ ਆਪ ਹੀ ਪ੍ਰਸੰਨ ਹੁੰਦਾ ਹੈ। ਹੰਕਾਰ, ਮੋਹ ਅਤੇ ਲਾਲਚ ਦਾ ਤਿਆਗ ਕਰਨਾ ਚਾਹੀਦਾ ਹੈ। ਅਕਾਲ ਪੁਰਖ ਦੀ ਯਾਦ ਹਿਰਦੇ ਵਿੱਚ ਸਦਾ ਰਹਿਣੀ ਚਾਹੀਦੀ ਹੈ। ਐਸਾ ਉਪਦੇਸ਼ ਸੁਣ ਕੇ ਪ੍ਰਸੰਨਤਾ ਨਾਲ ਪਠਾਣਾਂ ਦੇ ਨੈਣ ਭਰ ਆਏ। ਉਹਨਾਂ ਨੇ ਬੇਨਤੀ ਕੀਤੀ, ਆਪ ਜੀ ਕੋਈ ਨਿਸ਼ਾਨੀ ਬਖਸ਼ੋ। ਸਤਿਗੁਰੂ ਨੇ ਆਪਣੀ ਇੱਕ ਕਟਾਰ ਬਖਸ਼ ਦਿੱਤੀ। ਉਹ ਕਟਾਰ ਅਜੇ ਤੱਕ ਪਠਾਨ ਘਰਾਣੇ ਵਿੱਚ ਸਤਿਕਾਰੀ ਜਾਂਦੀ ਰਹੀ ਹੈ। ਵਾਹਿਗੁਰੂ ਦੀਆਂ ਬਰਕਤਾਂ ਦਾ ਮੀਂਹ ਵਰਦਾ ਰਿਹਾ ਅਤੇ ਪਠਾਨ ਬੜੇ ਖੁਸ਼ਹਾਲ ਹੁੰਦੇ ਰਹੇ। ਜੋ ਅੱਜ ਦੀ ਕਥਾ ਵਿਚਾਰ ਇੱਥੋਂ ਆਪਾਂ ਸਮਾਪਤ ਕਰਦੇ ਹਾਂ। ਕਥਾ ਵਿਚਾਰ ਕਰਦਿਆਂ ਤੋਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਅਤੇ ਭੁੱਲਾਂ ਚੁੱਕਾਂ ਹੋ ਜਾਂਦੀਆਂ। ਅਣਜਾਣ ਬੱਚੇ ਸਮਝ ਕੇ ਮਾਫ਼ ਕਰਿਓ। ਅੱਗੇ ਵਾਸਤੇ ਸੁੱਧ ਬੁੱਧ ਚਾਓ ਭਾਓ ਬਖਸ਼ਿਓ। ਅਗਲੀ ਕਥਾ ਵਿਚਾਰ ਕੱਲ੍ਹ ਨੂੰ ਸੁਣਾਵਾਂਗੇ। ਇਹ ਸਾਰੀ ਕਥਾ ਸੁਣਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।